यार लुके नहीं भाई, ग्राउंड खाली करो बेटे। बस ठीक है, नजर जाओ। चलो भाई रोशन अखबार चलाऊंगा तो खासियां सारी। हाँ वोटिंग दूध पिलाओ, पंजाबी सभ्यता दा झंडा लहराओ। नाटक आया, नाटक आया, नाल ले आया। नाटक आया, नाटक आया, एक और अन्ना नाल ले आया। नाटक आया, नाटक आया, एक और अन्ना नाल ले आया। नाटक आया, नाटक आया, एक और अन्ना नाल ले आया। हर कुड़ी दा सुपना हुंदा है कि मैं स्लिम ट्रिम होवां, पर तुसी मैनू वेख के सैया तो खूब ही कमाते, महंगाई डायन खाए जाते हैं। सखी सैया तो खूब ही कमाते, महंगाई डायन खाए जाते हैं। सखी सैया तो खूब ही कमाते, महंगाई डायन खाए जाते हैं। महंगाई डायन मार मुकाओ, महंगाई डायन मार मुकाओ, महंगाई डायन मार मुकाओ, महंगाई डायन मार मुकाओ। आया नाटक आया, नाटक आया, नाटक आया, नाटक आया, नाटक आया, एक और अन्ना नाल ले आया। नाटक आया, नाटक आया, एक और अन्ना नाल ले आया। नाटक आया, नाटक आया, एक और अन्ना आया। ये पिंदे ने सिंथेटिक दुੱਧ ਇਹਨਾਂ ਦੇ ਘਰ ਆਉਂਦੇ ਨੇ ਟੀਕੇ ਲੱਗੇ ਫਲ ਤੇ ਰਾਤੋਂ ਰਾਤ ਪੱਕੀਆਂ ਸਬਜ਼ੀਆਂ। ਜੇ ਇਹ 2 ਦਿਨ ਹੋਰ ਭੁੱਖ ਹੜਤਾਲ ਤੇ ਬੈਠ ਜਾਣ ਤਾਂ ਨਿਕਲਣ ਗਿਆ ਇਹਨਾਂ ਦੀਆਂ ਆਠੀਆਂ। राम नाम सत्य है, 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 राम नाम सत्य है। खबर आज भी ताजा खबर, अखबार ले लो, अखबार ले लो, अखबार ताजा खबर आज भी ताजा खबर। अखबार कौन कहता है आसमान में छेद नहीं हो सकता? एक पत्थर तो तबीयत से उछालो यारो। जय हिंद जय हिंद, 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 जय हिंद। ਉਤਰਧਾਰ ਹਾਂ, ਇਹ ਸ਼ੂन्य ਹਨ, ਜੜ ਹਨ, ਰੰਗਹੀਨ ਹਨ। ਇਹ ਇਹਨਾਂ ਦਾ ਅਤੀਤ ਹੈ, ਇਹ ਕੁਝ ਵੀ ਨਹੀਂ। ਇਹ ਨਿਰਬਲਤਾਈ ਤਸਵੀਰ ਵੀ ਹੋ ਸਕਦੇ ਹਨ ਅਤੇ ਨਿਆਂ ਤੇ ਦਰਵੇਸ਼ੀ ਦੇ ਚਸ਼ਮੇ ਵੀ ਦੇਖ ਸਕੋ। ਇਹ ਨਿਆਂ ਅਤੇ ਜ਼ੁਲਮ ਦੇ ਜਵਾਲਾਮੁਖੀ ਵੀ ਹੋ ਸਕਦੇ ਹਨ। ਇਹ ਇਨਸਾਨ ਵੀ ਹਨ, ਇਹ ਸ਼ੈਤਾਨ ਵੀ ਹਨ, ਭੀੜ ਵੀ ਤੇ ਪਹਿਚਾਨ ਵੀ ਹਨ। ਜੜ ਮਾਨਵ ਮੂਰਤੀਓ, ਤੁਹਾਡੀਆਂ ਆਤਮਾਵਾਂ ਤੁਹਾਡੇ ਅੰਦਰ ਪ੍ਰਵੇਸ਼ ਕਰ ਚੁੱਕੀਆਂ ਹਨ। ਹੁਣ ਤੁਸੀਂ ਸ਼ੂन्य ਨਹੀਂ, ਸ੍ਰਿਸ਼ਟੀ ਹੋ, ਜੜ ਨਹੀਂ, ਕਾਰਜਸ਼ੀਲ ਹੋ। ਉੱਠੋ, ਆਪਣੇ ਆਪਣੇ ਕਾਰਜ ਵਿੱਚ ਲੀਨ ਹੋ ਜਾਓ ਤਾਂ ਜੋ ਸਮੇਂ ਦੇ ਸੱਚ ਦਾ ਰੰਗਾ ਨਾਚ ਨੱਚਿਆ ਜਾ ਸਕੇ। ਉੱਠੋ ਤੇ ਤੁਹਾਡਾ ਵਰਤਮਾਨ ਤੁਹਾਨੂੰ ਉਡੀਕ ਰਿਹਾ ਹੈ। ਉੱਠੋ, ਉੱਠੋ। ओले 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 ओले
ਬੰਦਾ ਬੰਦਾ ਹੋਇਆ ਵੀ ਤੂੰ ਕਿਉਂ ਮੈਂ ਬੰਦਾ ਨਹੀਂ ਲੱਗਦਾ ਜੇ ਤੂੰ ਬੰਦਿਆਂ ਵਰਗਾ ਲੱਗਦਾ ਹੁੰਦਾ ਤਾਂ ਮੈਂ ਤੈਨੂੰ ਪੁੱਛਦਾ ਕਿਉਂ ਮੈਂ ਤਾਂ ਬੰਦਾ ਹੀ ਆ ਬਈ ਓਏ ਤੂੰ ਬੰਦਾ ਨਹੀਂ ਬੰਦੇ ਦਾ ਸਿਰ ਉੱਤੇ ਕਲੰਗੀ ਵਾਲੇ ਹੁੰਦੇ ਨੇ ਤੂੰ ਬੰਦਾ ਬਣਾ ਕਿਵੇਂ ਹੋਇਆ ਸਿਰ ਤੇ ਕਲਗੀ ਵਾਲੇ ਬੰਦੇ ਉਹ ਇਹਨਾਂ ਬਾਰੇ ਦਾ ਮੈਂ ठीक है। अपना नाम बोल मैं मुरारी गुप्ता, शिवालिक इंस्टीट्यूट ऑफ एजुकेशन रिसर्च एंड मोहाली फेज 6 से आज हम यहाँ लोक मेला में हमने पार्टिसिपेट किया। एक और अन्ना, हम इसके थ्रू ये मैसेज देना चाहते हैं कि इंडिया में जितने मर्जी अन्ना आ जाए, लेकिन जो भ्रष्टाचार है, भ्रूण हत्या है या बेरोजगारी है या पॉपुलेशन है, जनसंख्या है, उसको कम नहीं किया जा सकता। उसको हम सब अपने लेवल पे ख़त्म करें। हम सभी देखें कि हम करप्शन में या भ्रष्टाचार में कितना पार्टिसिपेट कर रहे हैं। हम खुद के लेवल पर सुधार करें, तभी भारत इससे मुक्त हो पाएगा। धन्यवाद। ਨਵਨੀਤ ਕੌਰ, ਸ਼ਿਵਾਲਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ ਦੀ ਵਿਦਿਆਰਥਣ। ਅਸੀਂ ਪੇਸ਼ ਕੀਤਾ ਨੁੱਕੜ ਨਾਟਕ ਇੱਕ ਹੋਰ ਅੰਨਾ। ਇਸ ਵਿੱਚ ਅਸੀਂ ਦੱਸਿਆ ਕਿ ਕਿੰਨੀਆਂ ਕੁਰੀਤੀਆਂ ਹੈ ਰੱਬਾ ਬੋਲੇ। ਮੇਰਾ ਨਾਮ ਹੈ ਨਵਨੀਤ ਕੌਰ, ਮੈਂ ਹਾਂ ਸ਼ਿਵਾਲਿਕ ਐਜੂਕੇਸ਼ਨ ਆਫ ਰਿਸਰਚ ਐਂਡ ਐਜੂਕੇਸ਼ਨ। ਸਰ ਮੈਂ ਰਮਨੀਕ ਘੁੰਮਣ ਤੇ ਮੈਂ ਆਈ ਹਾਂ ਸ਼ਿਵਾਲਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ ਤੋਂ। ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਲੋਕ ਮੇਲਾ ਹੋ ਰਿਹਾ ਹੈ, ਜਿੱਥੇ ਵਿਦਿਆਰਥੀਆਂ ਨੂੰ ਅੱਗੇ ਆ ਕੇ ਆਪਣੇ ਪੰਜਾਬ ਦੇ ਵਿਰਸੇ ਬਾਰੇ ਦੱਸਣ ਦਾ ਮੌਕਾ ਮਿਲਦਾ ਹੈ। ਤੇ ਇੱਥੇ ਅਸੀਂ ਪੇਸ਼ ਕੀਤਾ ਹੈ ਇੱਕ ਨੁੱਕੜ ਨਾਟਕ, ਜਿਹਦੇ ਵਿੱਚ ਅਸੀਂ ਦੱਸਿਆ ਹੈ ਕਿ ਜਿੰਨੇ ਵੀ ਆਪਣੇ ਪੰਜਾਬ ਵਿੱਚ ਜੋ ਵੀ ਜਿਵੇਂ ਨਸ਼ਿਆਂ ਦੀ ਪ੍ਰੋਬਲਮ ਹੈਗੀ ਹੈ, ਜਿਵੇਂ ਆਪਣਾ ਸਾਰਾ ਸੱਭਿਆਚਾਰ ਜਿਹੜਾ ਹੈ ਉਹ ਆਪਣਾ ਪੱਛਮ ਵੱਲ ਜਾ ਰਿਹਾ ਹੈ ਜ਼ਿਆਦਾ। ਤੇ ਬਾਕੀ ਜਿਵੇਂ ਦਹੇਜ ਪ੍ਰਥਾ ਹੈਗੀ ਹੈ, ਅੱਜ ਕੱਲ ਕੁੜੀਆਂ ਨੂੰ ਦਹੇਜ ਦੇ ਲਈ ਕਾਫੀ ਉਹਨਾਂ ਦੇ ਜਿਹੜੇ ਸਹੁਰੇ ਪਰਿਵਾਰ ਵਾਲੇ ਨੇ ਉਹ ਬਹੁਤ ਤੰਗ ਕਰਦੇ ਨੇ। ਅਸੀਂ ਇਹਨਾਂ ਚੀਜ਼ਾਂ ਬਾਰੇ ਆਪਣਾ ਜੋ ਵੀ ਇਹ ਨਾਟਕ ਦਿਖਾਇਆ ਹੈਗਾ, ਤੇ ਅਸੀਂ ਆਪਣਾ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਵਿੱਚੋਂ ਇਹ ਸਾਰੀਆਂ ਚੀਜ਼ਾਂ ਨੂੰ ਕੱਢ ਸਕੀਏ ਤੇ ਇੱਕ ਵਧੀਆ ਜੋ ਆਪਣਾ ਪਹਿਲਾ ਪੰਜਾਬ ਹੁੰਦਾ ਸੀਗਾ, ਜਿਹਦੇ ਵਿੱਚ ਸੱਭਿਆਚਾਰ ਆਪਾਂ ਬਹੁਤ ਮਾਇਨੇ ਰੱਖਦਾ ਸੀ ਜਿਹੜਾ ਆਪਣੇ ਵਾਸਤੇ, ਆਪਾਂ ਉਹ ਪੰਜਾਬ ਵਾਪਸ ਲੈ ਕੇ ਆ ਸਕੀਏ। ਸਤਿ ਸ਼੍ਰੀ ਅਕਾਲ ਜੀ, ਅਸੀਂ ਯੂਨੀਵਰਸਿਟੀ ਦੇ ਸਟੂਡੈਂਟਸ ਹਾਂ ਤੇ ਅਸੀਂ ਵੈਸੇ ਬੇਸਿਕਲੀ ਇੱਥੇ ਹੀ ਪੜ੍ਹਦੇ ਹਾਂ। ਤੇ ਐਤਕੀ ਅਸੀਂ ਸਮਿਟ 'ਚ ਪਾਰਟਿਸਿਪੇਟ ਕੀਤਾ ਸੀਗਾ ਤੇ ਸਾਡੀ ਸਮਿਟ 3 ਸਾਲ ਲਗਾਤਾਰ ਫਸਟ ਆਈ ਹੈ ਤੇ ਅਸੀਂ ਹੁਣ ਚੈਂਪੀਅਨ ਟਰੋਫੀ ਜਿੱਤੀ ਹੈ ਐਤਕੀ। ਸਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਇੱਥੇ ਪੜ੍ਹਦੇ ਹਾਂ ਯੂਨੀਵਰਸਿਟੀ, ਜਿਹਨੂੰ ਜਿਹੜੇ ਸਾਨੂੰ ਬਹੁਤ ਜ਼ਿਆਦਾ ਮੌਕੇ ਦਿੰਦੇ ਨੇ, ਸਾਨੂੰ ਯੂਨੀਵਰਸਿਟੀ ਰਿਪਰੈਜ਼ੈਂਟ ਕਰਦੇ, ਸਾਨੂੰ ਮੋਟੀਵੇਟ ਕਰਦੇ ਨੇ, ਮੌਕੇ ਦਿੰਦੇ ਨੇ ਕਿ ਅਸੀਂ ਇੱਥੇ ਪੜ੍ਹੀਏ। ਇੱਥੋਂ ਯੂਨੀਵਰਸਿਟੀ ਦਾ ਸਾਡੇ ਦਾ ਲੇਬਲ ਲੱਗੇ ਕਿ ਹਾਂ ਅਸੀਂ ਇੱਥੋਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹ ਕੇ ਜਿੱਤ ਕੇ ਕੁਝ ਬਣ ਕੇ ਗਏ ਆ ਇੱਥੋਂ। ਦਿਲ ਦਾ ਜਾਣੀ ਤੇ ਬੁੱਤ ਸਾਨੂੰ ਚੁੱਕਣਾ ਪਿਆ, ਰੋਲ ਗਿਆ ਦਿਲ ਦਾ ਜਾਣੀ। ਤੇਰੇ ਵਜੋਂ ਪਲ ਨਹੀਂ ਜੀਣਾ ਤੇ ਗੱਲ ਸਾਡੀ ਪਲ ਬਣ ਲੈ, ਅਸਾਂ ਤੇਰੇ ਵਜੋਂ ਪਲ ਨਹੀਂ ਜੀਣਾ। ਕਰ ਲੋ
ਉਹ ਰਹਿ ਜਾਂਦੇ ਬਰਾਤ ਜਾਣ ਤੋਂ, ਜਾਂ ਜਿਨ੍ਹਾਂ ਨੂੰ ਬਰਾਤ ਨਹੀਂ ਸੀ ਲਿਜਾਇਆ ਜਾਂਦਾ ਉਹ ਫਿਰ ਕੁੜੀਆਂ ਦਾ ਗਿੱਧਾ ਵੇਖਣ ਖੜ ਜਾਂਦੇ ਤੇ ਵਿੱਚੋਂ ਉਹ ਬੋਲੀਆਂ ਜੋੜ ਦਿੰਦੇ, ਨਾਲ ਬੋਲੀਆਂ ਸ਼ਾਮਲ ਕਰ ਦਿੰਦੇ। ਉਹ ਆਹਿਸਤਾ ਕੁੜੀਆਂ ਦੇ ਗਿੱਧੇ ਵਿੱਚ ਪਾਰਟਿਸਿਪੇਟਰੀ ਐਕਟੀਵਿਟੀ ਹੋਣ ਲੱਗੀ ਮਰਦਾਂ ਦੀ। ਇਸੇ ਕਰਕੇ ਤਾਂ ਨਾ ਬਾਬਿਆਂ ਦਾ ਗਿੱਧਾ ਹੈ, ਕਿਉਂਕਿ ਜੋ ਕੁੜੀਆਂ ਨੱਚਦੀਆਂ ਵਿੱਚ ਬਾਬੇ ਨੱਚਣ ਲੱਗ ਜਾਣ ਕੁੜੀਆਂ ਐਕਸੈਪਟ ਕਰ ਲੈਂਦੀਆਂ ਸੀ, ਨੌਜਵਾਨਾਂ ਨੂੰ ਐਕਸੈਪਟ ਨਹੀਂ ਸੀ ਕੀਤਾ ਜਾ ਸਕਦਾ। ਇਹ ਇਹਦੀ ਹਿਸਟਰੀ ਹੈ ਇਸ ਨਾਚ ਦੀ, ਇਹ ਸ਼ਾਸਤਰੀ ਨਾਚ ਦੀ ਹਿਸਟਰੀ ਹੈ ਕਿ ਜਦੋਂ ਬਜ਼ੁਰਗ ਬੈਠੇ ਨੇ, ਕਿਉਂਕਿ ਉਹ ਵੀ ਫੋਕਲੋਰਿਸਟ ਨੇ, ਲੋਕ ਧਾਰਾ ਨਾਲ ਜੁੜੇ ਹੋਏ ਨੇ, ਫਿਰ ਉਹਨੂੰ ਗਿਲਾ ਵੀ ਸਾਨੂੰ ਬਰਾਤ ਨਹੀਂ ਲੈ ਕੇ ਛੱਡ ਕੇ ਬੁੜੇ ਹੋਣ ਕਰਕੇ, ਬਿਮਾਰ ਹੋਣ ਕਰਕੇ ਉਹ ਫਿਰ ਕੁੜੀਆਂ ਦੇ ਨਾਚ ਵਿੱਚ ਉਹਨਾਂ ਦੀ ਬੋਲੀਆਂ ਜੋੜਨ ਵਿੱਚ ਮਦਦ ਕਰਦੇ ਤੇ ਆਹਿਸਤਾ ਮੁੰਡਿਆਂ ਦਾ ਗਿੱਧਾ ਵੀ, ਮਰਦਾਂ ਦਾ ਗਿੱਧਾ, ਬਾਬਿਆਂ ਦਾ ਗਿੱਧਾ ਵੀ ਮਾਲਵੇ ਵਿੱਚ ਪੈਣ ਲੱਗ ਗਿਆ। ਔਰ ਅੱਜ ਤੋਂ 3.5 ਦਹਾਕੇ ਪਹਿਲਾਂ ਚੱਠੇ ਸੇਖਵਾਂ ਪਿੰਡ ਤੋਂ ਇੱਕ ਸਤਪਾਲ ਸ਼ਰਮਾ ਸਕੂਲ ਅਧਿਆਪਕ ਸੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਇਸ ਨੂੰ ਮੰਚ ਉੱਤੇ ਲਿਆਉਣ ਦੀ। ਉਦੋਂ ਮੇਜਰ ਸਿੰਘ ਸਕੂਲ ਦਾ ਵਿਦਿਆਰਥੀ ਸੀ ਤੇ ਉਹਨਾਂ ਦਾ ਇੱਕ ਸਾਥੀ ਸੀ ਦਿਲਬਾਰ ਸਿੰਘ, ਤੇ ਮੇਰਾ ਕਿਉਂਕਿ ਇਲਾਕਾ ਉਹ ਹੈ ਤੇ ਮੈਂ ਉਦੋਂ ਤੋਂ ਇਸ ਸਾਰੇ ਸਿਲਸਿਲੇ ਨਾਲ ਜੁੜਿਆ ਹੋਇਆ। ਫਿਰ ਪੰਮੀ ਬਾਈ ਨੇ ਇਸ ਨੂੰ ਪ੍ਰੋਟ ਕੀਤਾ, ਨਾਰਥਰਨ ਕਲਚਰ ਸੈਂਟਰ ਰਾਹੀਂ ਅਲੱਗ-ਅਲੱਗ ਥਾਵਾਂ ਤੇ ਪਹੁੰਚਾਇਆ, ਟੀਵੀ ਦੇ ਉੱਤੇ ਆਇਆ, ਇਸ ਨੂੰ ਐਗਰੀਰਾਈਟ ਕਰ ਲਿਆ। ਸੋ ਪਹਿਲੀ ਵਾਰ ਮਲਵਈ ਗਿੱਧੇ ਦੇ ਮੁਕਾਬਲੇ ਸਾਡੇ ਕੋਲ ਯੂਨੀਵਰਸਿਟੀ ਵਿੱਚ ਹੁੰਦੇ ਆ, ਜਿਵੇਂ ਕਿ ਨੁੱਕੜ ਨਾਟਕ ਵਿੱਚ ਪਹਿਲੀ ਵਾਰ ਮੁਕਾਬਲੇ ਹੁੰਦੇ ਆ। ਸੋ ਜਿੰਨੇ ਪੰਜਾਬ ਦੇ ਲੋਕ ਨਾਚ ਨੇ ਗਿੱਧੇ ਭੰਗੜੇ ਤੋਂ ਇਲਾਵਾ ਸੰਮੀ, ਝੁੰਮਰ, ਮਲਵਈ ਗਿੱਧਾ, ਆਹਿਸਤਾ ਅਸੀਂ ਬਾਕੀ ਲੋਕ ਨਾਚਾਂ ਨੂੰ ਵੀ ਸ਼ਾਮਲ ਕਰਾਂਗੇ। ਸੋ ਮਲਵਈ ਗਿੱਧੇ ਦੇ ਮੁਕਾਬਲੇ ਲਈ ਅਸੀਂ 3 ਜਿਹੜੇ ਜੱਜ ਬੁਲਾਏ ਨੇ, ਜਿਹੜੇ ਜੱਜ ਸਹਿਬਾਨ ਬੁਲਾਏ ਨੇ ਜਾਂ ਜਿਹੜੇ ਜੱਜਿਸ ਬੁਲਾਏ ਨੇ।
ਸਾਹਿਬ ਦੇ ਸੈਸ਼ਨ ਦੇ ਪ੍ਰਧਾਨ ਟੀਮ ਨੰਬਰ 59 ਨੂੰ ਦੂਸਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਗੋਲਡਨ ਜੁਬਲੀ ਸਮਾਗਮਾਂ ਦੇ ਸ਼ੁਭ ਮੌਕੇ ਤੇ 19-20 ਨਵੰਬਰ 2011 ਨੂੰ ਯੋਗ ਭਲਾਈ ਵਿਭਾਗ ਵੱਲੋਂ ਲੋਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਲੋਕ ਮੇਲਾ ਯੋਗ ਭਲਾਈ ਵਿਭਾਗ ਦਾ ਪਿਛਲੇ 13 ਸਾਲ ਤੋਂ ਸਾਲਾਨਾ ਫੀਚਰ ਹੈ, ਲੇਕਿਨ ਮੁੱਢ ਵਿੱਚ ਇਹ ਕੇਵਲ ਕੁਝ ਲੋਕਪੁਰੀਆਂ ਕਲਾਵਾਂ ਦਾ ਮੇਲਾ ਸੀ ਜਿਸ ਵਿੱਚ ਕੇਵਲ ਸੰਮੀ ਅਤੇ ਝੂਮਰ ਸ਼ਾਮਲ ਸਨ। ਲੇਕਿਨ ਪਿਛਲੇ 4 ਵਰ੍ਹੇ ਤੋਂ ਸਾਡੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਹੋਰਾਂ ਦੀ ਅਗਵਾਈ ਵਿੱਚ ਅਸੀਂ ਆਪਣੇ ਯੋਗ ਭਲਾਈ ਵਿਭਾਗ ਵੱਲੋਂ ਇਸ ਮੇਲੇ ਨੂੰ ਇੱਕ ਵਿਸਤ੍ਰਿਤ ਰੂਪ ਦੇਣ ਵਿੱਚ ਕਾਮਯਾਬ ਹੋਏ ਹਾਂ ਅਤੇ ਇਸ ਮੇਲੇ ਦੇ ਕਈ ਖੇਤਰ ਬਣਾ ਦਿੱਤੇ ਗਏ ਨੇ। ਇਸ 2 ਰੋਜ਼ਾ ਲੋਕ ਮੇਲੇ ਦੇ ਵਿੱਚ ਇੱਕ ਮੰਚੀ ਕਲਾਵਾਂ ਨੇ, ਉਹ ਕਲਾਵਾਂ ਜੋ ਮੰਚ ਉੱਤੇ ਪੇਸ਼ ਹੁੰਦੀਆਂ ਜਿਸ ਦੇ ਵਿੱਚ ਪਹਿਰਾਵਾ ਪ੍ਰਦਰਸ਼ਨੀ, ਰਵਾਇਤੀ ਸੰਮੀ, ਲੋਕ ਸਾਜ਼, ਮਲਵਈ ਗਿੱਧਾ, ਝੂਮਰ, ਵਾਰ ਗਾਇਨ, ਕਵੀਸ਼ਰੀ, ਹੇਕ ਵਾਲੇ ਗੀਤ ਇਹ ਮੰਚੀ ਕਲਾਵਾਂ ਨੇ। ਇਸ ਤਰ੍ਹਾਂ ਹੀ ਸਾਡੇ ਕੋਲ ਪ੍ਰਦਰਸ਼ਨੀ ਲੋਕ ਕਲਾਵਾਂ ਨੇ ਜਿਸ ਵਿੱਚ ਕਢਾਈ, ਬੁਣਾਈ, ਟੋਕਰੀ ਬਣਾਉਣਾ, ਇਹਨੂੰ ਬਣਾਉਣਾ, ਹੋਰ ਬਹੁਤ ਸਾਰੀਆਂ ਕਲਾਵਾਂ ਸ਼ਾਮਲ ਨੇ। ਤੀਸਰੀ ਕੈਟਾਗਰੀ ਵਿੱਚ ਅਸੀਂ ਖੁੱਲ੍ਹੇ ਮੰਚ ਦੀ ਲੋਕ ਕਲਾ ਨੁੱਕੜ ਨਾਟਕ ਨੂੰ ਸ਼ਾਮਲ ਕੀਤਾ ਹੋਇਆ। ਚੌਥੀ ਕੈਟਾਗਰੀ ਵਿੱਚ ਲੋਕ ਖੇਡਾਂ ਨੇ ਜਿਸ ਵਿੱਚ ਮੁੰਡਿਆਂ ਦੀਆਂ ਖੇਡਾਂ ਲੂਣ ਮਿਆਣੀ, ਪਿੱਠੂ, ਰੱਸਾਕਸ਼ੀ ਤੇ ਕੁੜੀਆਂ ਦੀਆਂ ਖੇਡਾਂ ਗੀਟੇ, ਸਟਾਪੂ ਅਤੇ ਰੱਸੀ ਟੱਪਣਾ ਸ਼ਾਮਲ ਨੇ। ਸਾਡਾ ਮਕਸਦ ਸਿਰਫ ਇਹ ਹੈ ਕਿ ਸਾਰੀਆਂ ਲੋਕ ਕਲਾਵਾਂ ਨੂੰ ਅਸੀਂ ਕੇਵਲ ਮਿਊਜ਼ੀਅਮ ਦਾ ਹਿੱਸਾ ਨਾ ਰਹਿਣ ਦਈਏ ਬਲਕਿ ਜ਼ਿੰਦਗੀ ਦਾ ਹਿੱਸਾ ਬਣਾਈਏ। ਆਮ ਤੌਰ ਤੇ ਜਦੋਂ ਵੀ ਲੋਕ ਧਾਰਾ ਬਾਰੇ ਗੱਲ ਚੱਲਦੀ ਹੈ, ਪਾਕਿਸਤਾਨ ਵਿੱਚ ਵੀ ਲੋਕ ਵਿਰਸਾ ਨਾਂ ਦੀ ਸੰਸਥਾ ਬਣੀ ਹੋਈ ਹੈ। ਅਸੀਂ ਸਾਡੇ ਲੋਕ ਧਾਰਾ ਦੇ ਵੇਰਵਿਆਂ ਨੂੰ, ਲੋਕ ਕਲਾਵਾਂ ਨੂੰ, ਫੋਕ ਮੋਟਿਵਸ ਨੂੰ ਮਿਊਜ਼ੀਅਮ ਵਿੱਚ ਸੰਭਾਲ ਦਿੰਦੇ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇਖ ਸਕਣ। ਪਰ ਸਾਡਾ ਮਕਸਦ ਇਹ ਹੈ ਕਿ ਯੋਗ ਭਲਾਈ ਵਿਭਾਗ ਰਾਹੀਂ ਇਹ ਸਾਰੀਆਂ ਲੋਕ ਕਲਾਵਾਂ ਜੀਵੰਤ ਰੂਪ ਧਾਰਨ। ਜੀਵੰਤ ਰੂਪ ਧਾਰਨ ਦਾ ਇੱਕੋ ਹੀ ਤਰੀਕਾ ਹੈ ਕਿ ਪਾਰਟਿਸਪੇਟਰੀ ਐਕਟੀਵਿਟੀ ਬਣੇ। ਸੋ ਜਦੋਂ ਇਹਨਾਂ ਲੋਕ ਕਲਾਵਾਂ ਦੇ ਵਿੱਚ ਸਾਡੇ ਵਿਦਿਆਰਥੀ ਬਾਕਾਇਦਾ ਭਾਗ ਲੈਂਦੇ ਨੇ ਤਾਂ ਇਹ ਕਲਾਵਾਂ ਜਿਉਂਦੀਆਂ ਰਹਿੰਦੀਆਂ ਨੇ, ਸੀਨਾ ਪਸੀਨਾ ਚੱਲਣਗੀਆਂ। ਸ਼ਹਿਰਾਂ ਦੇ ਬੱਚੇ ਵੀ ਦੇਖਦੇ ਨੇ ਔਰ ਇਸ ਲੋਕ ਮੇਲੇ ਦੇ ਰਾਹੀਂ ਇਹਨਾਂ ਕਲਾਵਾਂ ਨੂੰ ਸਾਡੀ ਜ਼ਿੰਦਗੀ ਦਾ ਹਿੱਸਾ ਬਣਾਏ ਰੱਖਣਾ, ਇਹਨਾਂ ਨੂੰ ਮਰਨ ਤੋਂ ਬਚਾਉਣਾ, ਇਹਨਾਂ ਦੀ ਸ਼ਾਨ ਨੂੰ ਦੱਸਣਾ ਸਾਡਾ ਮਕਸਦ ਹੈ ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਵਿੱਚ ਕਾਮਯਾਬ ਹੋਏ ਹਾਂ। ਸਾਡੇ 230 ਕਾਲਜ ਯੂਨੀਵਰਸਿਟੀ ਨਾਲ ਸੰਬੰਧਿਤ ਨੇ ਜਿਸ ਵਿੱਚ 2,05,000 ਵਿਦਿਆਰਥੀ ਨੇ, ਉਹਨਾਂ ਨੂੰ ਸਿੱਧੇ ਤੌਰ ਤੇ ਇਸ ਮੇਲੇ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ। ਇਹ ਅੰਤਰ ਜ਼ੋਨਲ ਲੋਕ ਮੇਲਾ ਹੈ। ਇਸ ਤੋਂ ਪਹਿਲਾਂ ਅਸੀਂ ਅੰਤਰ ਜ਼ੋਨ ਯੋਗ ਮੇਲਾ ਕਰਦੇ ਹਾਂ ਪਰ ਉਹ ਪਹਿਲਾਂ 6 ਜ਼ੋਨਾਂ ਵਿੱਚ ਵੰਡਿਆ ਜਾਂਦਾ ਹੈ। ਬੱਚੇ ਜ਼ੋਨ ਵਿੱਚ ਭਾਗ ਲੈਂਦੇ ਆ, ਫਿਰ ਅੰਤਰ ਜ਼ੋਨ ਵਿੱਚ ਆਉਂਦੇ ਆ, ਉੱਥੋਂ ਫਿਰ ਚੁਣੇ ਹੋਏ ਬੱਚੇ ਨਾਰਥ ਜ਼ੋਨ ਨੈਸ਼ਨਲ ਵਿੱਚ ਜਾਂਦੇ ਆ। ਇਹ ਲੋਕ ਮੇਲਾ ਉਸ ਤੋਂ ਬਿਲਕੁਲ ਵੱਖਰਾ ਹੈ। ਇਹ ਆਈਟਮਾਂ ਅਸੀਂ ਕੇਵਲ ਆਪਣੀ ਯੂਨੀਵਰਸਿਟੀ ਵਿੱਚ ਕਰਦੇ ਹਾਂ। ਕੇਵਲ ਪੰਜਾਬੀ ਯੂਨੀਵਰਸਿਟੀ ਹੈ ਜਿਸ ਨੇ ਇਸ ਲੋਕ ਮੇਲੇ ਰਾਹੀਂ ਪੰਜਾਬ ਦੀਆਂ ਲੋਕ ਕਲਾਵਾਂ ਨੂੰ ਸੰਭਾਲਿਆ ਹੋਇਆ ਕਿਉਂਕਿ ਸਾਡੀ ਯੂਨੀਵਰਸਿਟੀ ਦਾ ਮੈਂਡੇਟ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਤੇ ਵਿਕਾਸ ਹੈ। ਅਸੀਂ ਉਸ ਨਾਲ ਜੁੜੇ ਹੋਏ ਹਾਂ। ਮੈਂ ਜ਼ਾਤੀ ਤੌਰ ਤੇ ਵੀ ਪੰਜਾਬੀ ਸਾਹਿਤ ਦਾ, ਪੰਜਾਬੀ ਭਾਸ਼ਾ ਦਾ, ਸੱਭਿਆਚਾਰ ਦਾ ਵਿਦਿਆਰਥੀ ਹੋਣ ਦੇ ਨਾਤੇ ਇਹਨਾਂ ਕਲਾਵਾਂ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਾ। ਜਦੋਂ ਬਤੌਰ ਡਾਇਰੈਕਟਰ ਮੈਨੂੰ ਜ਼ਿੰਮੇਵਾਰੀ ਮਿਲੀ ਤਾਂ ਮੈਨੂੰ ਲੱਗਿਆ ਇੱਕ ਐਸਾ ਮੌਕਾ ਹੈ ਕਿ ਇਸ ਦਾ ਘੇਰਾ ਵਿਸ਼ਾਲ ਕਰ ਦਿੱਤਾ ਜਾਏ ਔਰ ਇਹਨਾਂ ਲੋਕ ਕਲਾਵਾਂ ਨੂੰ ਜਨ ਜੀਵਨ ਦਾ ਹਿੱਸਾ ਬਣਾਇਆ ਜਾਏ। ਸੋ 230 ਕਾਲਜਾਂ ਦੇ 2,05,000 ਵਿਦਿਆਰਥੀ ਸਿੱਧੇ ਤੌਰ ਤੇ ਸੰਤਰ ਜ਼ੋਨ ਲੋਕ ਮੇਲੇ ਵਿੱਚ ਭਾਗ ਲੈਂਦੇ ਨੇ, ਪਾਰਟਿਸਿਪੇਟ ਕਰਦੇ ਨੇ। 2-2.5 ਹਜ਼ਾਰ ਦੇ ਕਰੀਬ ਬੱਚੇ ਇਸ ਮੇਲੇ ਵਿੱਚ ਭਾਗ ਲੈ ਕੇ ਇਹ ਸੰਦੇਸ਼ ਦਿੰਦੇ ਨੇ ਕਿ ਲੋਕ ਕਲਾਵਾਂ ਸਾਡੇ ਜੀਵਨ ਦਾ ਹਿੱਸਾ ਨੇ, ਇਹ ਮਰੀਆਂ ਨਹੀਂ, ਸਾਡੇ ਜੀਵਨ ਦਾ ਜੀਵੰਤ ਪਾਰਟ ਨੇ ਕਿਉਂਕਿ ਪੰਜਾਬ ਦੀ ਮਾਨਸਿਕਤਾ ਇਹਨਾਂ ਲੋਕ ਕਲਾਵਾਂ ਰਾਹੀਂ ਪ੍ਰਗਟ ਹੁੰਦੀ ਹੈ। ਇਸ ਲਈ ਪੰਜਾਬ ਦੇ ਮਨ ਨੂੰ ਸਮਝਣ ਵਾਸਤੇ ਇਹਨਾਂ ਲੋਕ ਕਲਾਵਾਂ ਨੂੰ ਸਾਂਭਣਾ ਬੜਾ ਜ਼ਰੂਰੀ ਹੈ। ਅਸੀਂ ਸਾਂਭਣਾ ਕੇਵਲ ਰਵਾਇਤੀ ਤੌਰ ਉੱਤੇ ਮਿਊਜ਼ੀਅਮ ਵਿੱਚ ਨਹੀਂ ਕਰ ਰਹੇ ਬਲਕਿ ਅਸੀਂ ਲੋਕਾਂ ਦੇ ਮਨਾਂ ਵੀ ਸਾਂਭ ਰਹੇ ਹਾਂ ਤੇ ਮੇਰੇ ਵਿਦਿਆਰਥੀ ਕਲਾਕਾਰ ਇਸ ਵਿੱਚ ਇੱਕ ਬੜੀ प्रकार की भूमिका निभा रहे हैं। तो अपने मामा पापा को जरूर गिराने में कामयाब है।